अवार्ड दे रहे हैं। श्री इतना बिजी शेड्यूल में अपना टाइम निकाला, हम उनका आने पर यहाँ ब्रांड एम्बेसडर होता है। हमने ब्रांड एम्बेसडर बनाया है विदुर खोसला जी को। सारिਆਂ ਦਾ ਵੈਲਕਮ ਹੈ, ਬਹੁਤ ਬਹੁਤ ਥੈਂਕ ਯੂ ਪੱਕੀ ਭਾਜੀ ਦਾ। पंजाब रंगला पंजाब देखिए ਜਿਹੜਾ ਅੱਜ ਤੋਂ 15 ਸਾਲ 20 ਸਾਲ ਪਹਿਲਾਂ ਸੀਗਾ, ਉਹੋ ਜਿਹਾ ਹੀ ਪੰਜਾਬ ਬਣਾ ਕੇ ਦਿਖਾਈਏ। ਇਹਨਾਂ ਦਾ ਵੀ ਸਹਿਯੋਗ ਨਾਲ ਲਾਂਗੇ ਆਪਾਂ। ਇਹੀ ਗੱਲ ਕਹਿਣੀ ਬਹੁਤ ਵਧੀਆ ਜੀ, ਮੁਬਾਰਕਾਂ ਜੀ। हर हर महादेव, जय वीर बजरंगी, हर हर महादेव। आओ भाई सब क्या सब का प्यार, सब का आशीर्वाद, खुशी का मनोकामना मालिक भी आंदे, मैं भी आना, मैं खुशी आ दियो अपने अपना आओ भाई लाड़ी जी आओ, लाड़ी साहब साडे पार आगे जी आगे, मैं आ गया वीर, आ गया सारे परिवार ने नाल की करना खड़े अच्छा 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 लो जी दो भैन जी अपने भाजी ਤੁਸੀਂ ਵੀ ਆ ਜਾਓਗੇ। लो एक बढ़ के फड़ाओ। हर हर महादेव। लाडी आ गई, लाडी आ गई। बोले हर हर महादेव। लो जी बोले सोनिहाल। ਜਦੋਂ ਸੁਪਨਾ ਦੇਖਿਆ ਤੇ ਉਹ ਸੁਪਨੇ ਨੂੰ ਪਾਣੀ ਲਾਉਂਦੇ ਆ, ਖਾਦ ਪਾਉਂਦੇ ਆ। ਅੱਜ ਦੇਖੋ ਜਗ੍ਹਾ ਵੀ ਹੈ, ਰਜੇਸ਼ ਅਗਰਵਾਲ ਜੀ ਨੇ ਜਗ੍ਹਾ ਦੇਤੀ ਹੈ ਤੇ ਇਸ ਜਿਹੜਾ ਸੁਪਨਾ ਉਹ ਸਾਕਾਰ ਹੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਜਿਹੜਾ ਵ੍ਰਿਕਸ਼ ਹੈ ਉਹ ਆਯੁਰਵੈਦਿਕ ਹਸਪੀਟਲ ਦੇ ਵਿੱਚ ਤੇ ਸਾਹਿਬ ਜੀ ਦੀ ਯਾਦ ਦੇ ਵਿੱਚ ਸਾਰਿਆਂ ਨੂੰ ਛਾਂ ਦਿੰਦਾ ਰਹੇਗਾ। ਤੇ ਮੈਨੂੰ ਸਵੇਰੇ ਸਵੇਰੇ ਪਾਰਸ ਜੀ ਦਾ ਮੈਸੇਜ ਆਇਆ, ਇੱਕ ਪੰਥ ਦੋ ਕਾਜ ਕਹਿੰਦੇ ਨੇ। ਅੱਜ ਇੱਥੇ ਨੀਂਹ ਪੱਥਰ ਰੱਖਿਆ ਜਾ ਰਿਹਾ ਸ਼ਹਿਰ ਦੇ ਨਾਮ ਦਾ, ਤੇ ਇਹਨਾਂ ਜਨਮ ਦਿਨ ਵੀ ਅੱਜ ਬਹੁਤ ਹੀ ਵਧੀਆ ਮੌਕਾ ਇਹਨਾਂ ਨੇ ਚੂਜ਼ ਕੀਤਾ ਹੈ, ਬਹੁਤ ਹੀ ਦਿਨ ਵਧੀਆ ਚੂਜ਼ ਕੀਤਾ। ਸੋ ਤੁਸੀਂ ਸਾਰੇ ਹੀ ਵਧਾਈ ਦੇ ਪਾਤਰੋਂ। ਸਭ ਤੋਂ ਪਹਿਲਾਂ ਮੈਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं ज़्यादा टाइम तो नहीं होया मैं जुड़े हुए, लेकिन अपने टाइम के उपर असीं शहर वाले गीत लिखे हुए गीत सुनते होंगे सी, पर इन्ना ज़्यादा ज्ञान नहीं सीगा कि भी गीत उन्होंने ही लिखे हुए ने
ਪਰ ਜਦੋਂ ਪਿੱਛੇ ਇਹਨਾਂ ਨੇ ਮੈਨੂੰ ਬੁਲਾਇਆ ਸਤਵੀਂ ਕਲੱਬ ਦੇ ਵਿੱਚ ਪ੍ਰੋਗਰਾਮ ਕੀਤਾ, ਉਦੋਂ ਉੱਥੇ ਸਾਡੇ ਸਾਰੇ ਹੀ ਕਵੀ ਗਜ਼ਲ ਵਾਲੇ ਗੀਤਕਾਰ ਸਾਡੇ ਉਹਨਾਂ ਨੇ ਗੀਤ ਜਦੋਂ ਗਾਏ ਤਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ ਵੀ ਇੰਨੇ ਵਧੀਆ ਗਾਣੇ ਜੋ ਕਿ ਬਹੁਤ ਹੀ ਜ਼ਿੰਦਗੀ ਨਾਲ ਸਾਡੇ ਨਾਲ ਜੁੜੇ ਹੋਏ ਨੇ, ਮਹੱਤਵ ਰੱਖਦੇ ਨੇ, ਬਹੁਤ ਹੀ ਸਾਫ਼ ਸੁਥਰੀ ਜਿਹੜੀ ਉਹਨਾਂ ਦੀ ਲਿਖੀ ਹੋਏ ਗੀਤ। ਤੇ ਮੇਰਾ ਕਾਫੀ ਮਨ ਅੰਦਰੋਂ ਬੇਚੈਨ ਵੀ ਹੋਇਆ, ਪਰੇਸ਼ਾਨ ਵੀ ਹੋਇਆ ਇਹ ਸੁਣ ਕੇ ਕਿ ਵਿੱਚ ਅਗਰ ਆਪਾਂ ਇਸ ਸਮਾਜ ਦੇ ਵਿੱਚ ਮੈਡੀਕਲੀ ਏਡ ਕਰ ਰਹੇ ਹਾਂ ਤੇ ਉਹ ਬਹੁਤ ਵੱਡਾ ਮੈਸੇਜ ਜਾਂਦਾ ਹੈ ਕਿ ਆਪਾਂ ਹਿਊਮੈਨਿਟੀ ਦੇ ਕਿੰਨੇ ਨੇੜੇ ਹਾਂ। ਔਰ ਪਲੱਸ ਰਜੇਸ਼ ਅਗਰਵਾਲ ਜੀ ਨੇ ਇੱਕ ਐਸਾ ਉਦਮ ਕੀਤਾ ਹੈ ਜਿਹੜਾ ਕਿ ਦੂਸਰੇ ਵੀ ਅੱਛੇ ਸਰਮਾਏਦਾਰ ਲੋਕਾਂ ਵਾਸਤੇ ਇੱਕ ਮੈਸੇਜ ਜਾਂਦਾ ਹੈ ਕਿ ਯਾਰ ਆਪਾਂ ਨੂੰ ਜੇ ਆਪਾਂ ਇੰਨਾ ਕੁਝ ਸ੍ਰਿਸ਼ਟੀ ਕੋਲੋਂ ਪ੍ਰਭੂ ਕੋਲੋਂ ਲਿੱਤਾ ਤੇ ਕੁਝ ਦੇਣ ਦਾ ਵੀ ਖਮਤਾ ਹੋਣੀ ਚਾਹੀਦੀ ਹੈ। ਇਹ ਬਹੁਤ ਬਹੁਤ ਵਧੀਆ ਇੱਕ ਉਦਮ ਹੈ, ਬਹੁਤ ਵਧੀਆ ਮੈਸੇਜ ਹੈ। ਔਰ ਪਲੱਸ ਜਿਹੜਾ ਆਯੁਰਵੈਦਿਕ ਪੱਧਤੀ ਦੇ ਨਾਲ ਹੈ ਉਹ ਤਾਂ ਹੈ ਹੀ ਅੱਛਾ, ਕਿਉਂਕਿ ਸਭ ਨੂੰ ਪਤਾ ਹੈ ਕਿ ਜਿਹੜੀ ਟੈਕਨੋਲੋਜੀ ਹੈ ਆਯੁਰਵੈਦਿਕ ਦੀ ਉਹਦੇ ਵਿੱਚ ਸਾਈਡ ਇਫੈਕਟਡ ਲੋਕਾਂ ਨੂੰ ਸਾਈਡ ਇਫੈਕਟਸ ਨਹੀਂ ਹੁੰਦੇ। ਤੇ ਇਸ ਕਰਕੇ ਬਹੁਤ ਅੱਛਾ, ਮੈਂ ਤਾਂ ਇਸ ਚੀਜ਼ ਨੂੰ ਇਹੀ ਕਹਾਂਗਾ ਕਿ ਲੋਕਾਂ ਨੂੰ ਸੰਦੇਸ਼ ਜਿਹੜਾ ਮਿਲ ਰਿਹਾ ਹੈ ਇਹਦੇ ਨਾਲ ਲੋਕਾਂ ਨੂੰ ਵੀ ਕੁਝ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਉਦਮ ਕੀਤਾ ਜਾਣਾ ਚਾਹੀਦਾ। ਇਸ ਮੌਕੇ ਤੇ ਤਾਂ ਮੈਂ ਸੀਏ ਰਜੇਸ਼ ਅਗਰਵਾਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇਹਨਾਂ ਨੂੰ ਵੀ ਵਧਾਈ ਦਿੰਦਾ ਕਿ ਜਿੱਥੇ ਇਹ ਆਯੁਰਵੈਦਿਕ ਹਸਪੀਟਲ ਪਲੱਸ ਨਸ਼ਾ ਛੁਡਾਊ ਕੇਂਦਰ ਸ਼ਹਿਰ ਲੁਧਿਆਣਾ ਵਿੱਚ ਬਣਾਇਆ ਜਾ ਰਿਹਾ ਹੈ, ਇਹਦੀ ਜਗ੍ਹਾ ਸਾਰੀ ਇਹਨਾਂ ਨੇ ਦਾਨ ਕੀਤੀ ਹੈ। ਲਗਭਗ 1250 ਗਜ਼ ਜਗ੍ਹਾ ਹੈਗੀ ਆ, ਜਿਸ 'ਚ 600 ਗਜ਼ ਜਗ੍ਹਾ ਦੇ ਆਸ-ਪਾਸ ਪਹਿਲਾਂ ਬਣੇਗਾ। ਤੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹਨਾਂ ਨੇ ਜੋ ਲੋਕਾਂ ਦੀਆਂ ਇੱਥੋਂ ਲੁਧਿਆਣਾ ਦੇ ਲੋਕਾਂ ਦੀ ਭਾਵਨਾ ਨੂੰ ਸਮਝਿਆ, ਪਰ ਜੋ ਪਿਛਲੇ ਸਰਕਾਰਾਂ ਨੇ ਜਿਹੜੀ ਸ਼ਹਿਰ ਲੁਧਿਆਣਾ ਦੀ ਯਾਦਗਾਰ ਬਣਾਉਣੀ ਸੀ ਉਹਨੂੰ ਮਿੱਟੀ ਵਿੱਚ ਰੋਲਿਆ ਹੋਇਆ ਸੀਗਾ, ਇਹਨਾਂ ਨੇ ਲੋਕਾਂ ਦੀ ਭਾਵਨਾ ਸਮਝ ਕੇ ਇਹ ਸਾਰਾ ਇੱਥੇ ਕੀਤਾ। ਬਹੁਤ ਬਹੁਤ ਧੰਨਵਾਦੀਆਂ, ਬਹੁਤ ਵਧੀਆ ਵਧਾਈ ਦੇ ਪਾਤਰ ਨੇ ਅਤੇ ਸਾਰੇ ਲੁਧਿਆਣੇ ਵੱਲੋਂ ਇਹਨਾਂ ਨੂੰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਇਹਨਾਂ ਦਾ ਜੋ ਇਹਨਾਂ ਨੇ ਲੋਕਾਂ ਦੀਆਂ ਇੰਨੀਆਂ ਸਾਰੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਕਦਮ ਇਹਨਾਂ ਨੇ ਚੁੱਕਿਆ। ਠੀਕ ਹੈ ਜੀ, ਥੈਂਕ ਯੂ। ਹਾਂਜੀ ਜਸਲ ਸਾਹਿਬ, ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਇੱਥੇ ਹਸਪਤਾਲ ਦਾ ਉਦਘਾਟਨ ਕੀਤਾ ਜਾ ਰਿਹਾ? ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਰ ਲੁਧਿਆਣਵੀ ਜੀ, ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਨਹੀਂ, ਪੰਜਾਬ ਨਹੀਂ, ਬਲਕਿ ਸਾਰੀ ਦੁਨੀਆ ਦੇ ਵਿੱਚ ਨਾਮ ਕਮਾਇਆ। ਜਿਸ ਤਰ੍ਹਾਂ ਮੱਕੜ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਯਾਦ ਵਿੱਚ ਜਿਹੜੀਆਂ ਬੀਤੀਆਂ ਸਰਕਾਰਾਂ ਨੇ ਉਹਨਾਂ ਨੇ ਗੱਲਾਂ ਤਾਂ ਬਹੁਤ ਸਾਰੀਆਂ ਕੀਤੀਆਂ, ਦਮ ਜਿਹੇ ਬਹੁਤ ਮਾਰੇ, ਬੜੀਆਂ ਲੰਬੀਆਂ ਚੌੜੀਆਂ ਬਾਰੇ ਗੱਲਾਂ ਕੀਤੀਆਂ। ਅਸੀਂ ਉਹਨਾਂ ਦਾ ਨਾਮ ਬੜੇ ਮਾਣ ਤੇ ਸਤਿਕਾਰ ਨਾਲ ਲੈਂਦੇ ਹਾਂ। ਅਸੀਂ ਕਿਤੇ ਵੀ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰਾ ਲੁਧਿਆਣੇ ਦਾ ਸ਼ਹਿਰ ਜਿਹੜਾ ਲੁਧਿਆਣਾ ਆ, ਅਸੀਂ ਉਸ ਸ਼ਹਿਰ ਦੇ ਵਾਸੀ। ਪਰ ਅੱਜ ਇਹ ਟੀਮ ਵਧਾਈ ਦੀ ਹੱਕਦਾਰ ਆ ਕਿ ਜਿਹੜੀ ਸਾਹਿਰ ਲੁਧਿਆਣਵੀ ਦੇ ਯਾਦ ਦੇ ਵਿੱਚ ਇਹ ਹਸਪੀਟਲ ਬਣਾਉਣ ਜਾ ਰਹੀ ਹੈ, ਜਿਸ ਦੇ ਨਾਲ ਹਜ਼ਾਰਾਂ ਲੱਖਾਂ ਮਰੀਜ਼ਾਂ ਨੂੰ ਜੋ ਹਲਕੇ ਦੇ ਨੇ ਜਾਂ ਹਲਕੇ ਤੋਂ ਬਾਹਰ ਦੇ ਵੀ ਨੇ ਉਹ ਇੱਥੋਂ ਲਾਹਾ ਲੈ ਸਕਦੇ ਨੇ, ਲਾਭ ਉਠਾ ਸਕਦੇ ਆ। ਕਿਉਂਕਿ ਅੱਜ ਬਹੁਤ ਵੱਡੀ ਲੋੜ ਆ ਸਿੱਖਿਆ ਨੂੰ ਉਭਾਰਨ ਦੀ ਔਰ ਸਿਹਤ ਸਹੂਲਤਾਂ ਨੂੰ ਉਭਾਰਨ ਦੀ। ਹਾਲਾਂਕਿ ਬੜੇ ਹੋਰ ਕਾਰੋਬਾਰ ਲੋਕ ਕਰਦੇ ਨੇ, ਕੰਮ ਕਰਦੇ ਨੇ, ਪਰ ਇਹਨਾਂ ਵੱਲ ਬਹੁਤ ਘੱਟ ਤਵੱਜੋ ਦਿੱਤੀ ਜਾਂਦੀ ਆ। ਔਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਆ ਉਹ ਇਹਨਾਂ ਦੋ ਗੱਲਾਂ ਵੱਲ ਬਹੁਤ ਜ਼ੋਰ ਸ਼ੋਰ ਦੇ ਨਾਲ ਲੱਗੀ ਹੋਈ ਆ। ਔਰ ਆਸ ਹੈ ਕਿ ਆਉਣ ਵਾਲੇ ਸਾਲਾਂ 'ਚ ਸਾਡਾ ਪੰਜਾਬ ਜਿਹੜਾ ਉਹ ਵਾਕਈ ਤਰੱਕੀ ਕਰੂਗਾ ਔਰ ਖੁਸ਼ਹਾਲ ਹੋਵੇਗਾ। ਚੜ ਕੇ ਪਹਿਲੇ ਹੀ ਹਿੱਸਾ ਪਾਉਂਦੇ ਆ। ਅੱਜ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਵਾ, ਮੈਨੂੰ ਬੁਲਾਇਆ ਇੱਥੇ, ਮੇਰੀਆਂ ਸਤਿਕਾਰਯੋਗ ਭੈਣਾਂ ਵੀ, ਮੱਕੜ ਸਾਹਿਬ ਵੀ, ਹੋਰ ਵੀ ਸਾਰੇ ਸਾਡੇ ਸਾਥੀ ਇੱਥੇ ਆਏ ਆ। ਥਾਪਰ ਸਾਹਿਬ, ਜੇ ਮੈਂ ਨਾਮ ਲੈਣ ਲੱਗਿਆ ਮੇਰੇ ਤਾਂ ਸਾਰੇ ਪਰਿਵਾਰ ਦੇ ਮੈਂਬਰ ਹੀ ਆ। ਮੈਂ ਕੈਰੋ ਸਾਹਿਬ ਵੀ ਸਾਰੇ ਬੈਠੇ ਹੋ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਅੱਜ ਆਪਣਾ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਆਪਾਂ ਆਪਣੇ ਆਪ ਨੂੰ ਪੰਜਾਬੀ ਜਾਂ ਪੰਜਾਬ ਦੇ ਵਸਿੰਦੇ ਕਹਿੰਦੇ ਆ ਤੇ ਗੁਰੂਆਂ ਨੂੰ ਹਾਜ਼ਰ ਨਾਜ਼ਰ ਕਰਕੇ ਹਾਂਜੀ ਸਰ, ਜਿਹੜਾ ਅੱਜ ਹਸਪਤਾਲ ਦਾ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਇੱਕ ਆਯੁਰਵੈਦਿਕ ਤਰੀਕੇ ਨਾਲ ਲੋਕਾਂ ਦਾ ਇਲਾਜ ਵੀ ਕਰਨਾ ਚਾਹੁੰਦੇ ਹਾਂ ਤੇ ਉਹਦੇ ਬਾਅਦ ਇੱਕ ਡੀਐਡਿਕਸ਼ਨ ਸੈਂਟਰ ਦਾ ਵੀ ਇੱਥੇ ਸੈਂਟਰ ਖੁੱਲ੍ਹੇਗਾ ਜਿਹਦੇ ਵਿੱਚ ਸਪੈਸ਼ਲਾਈਜ਼। ਸੋ ਆਯੁਰਵੈਦਿਕ ਦਵਾਈਆਂ ਜਿਹੜੀਆਂ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਉਹਦੇ ਨਾਲ ਜਿਹੜੇ ਵੀ ਲੋਕ ਇੱਥੇ ਆਉਣਗੇ ਉਹਨਾਂ ਨੂੰ ਬਹੁਤ ਫਾਇਦਾ ਹੋਵੇਗਾ। ਤੇ ਸਾਡੇ ਐਮਪੀ ਕੋਲ ਸਾਡੇ ਲਈ ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ। ਤੇ ਸਾਰੇ ਲੁਧਿਆਣੇ ਅੱਜ ਕੀ ਦੱਖ ਹਲਕਾ ਜੀ ਜਿੱਦੋਂ ਦੱਖ ਹਲਕਾ ਪੈਂਦਾ ਹੈ, ਹਾਂਜੀ, ਇੱਕ ਲੋਕਾਂ ਨੂੰ ਸਾਡੇ ਕੀ ਮੈਸੇਜ ਆਉਂਦਾ? ਮੈਸੇਜ ਇਹ ਹੈ ਕਿ ਇੱਕ ਤਾਂ ਸਾਰੇ ਲੁਧਿਆਣੇ ਜੀ ਦੀ ਯਾਦ ਵਿੱਚ ਹੈਗਾ, ਬੜੀ ਵੱਡੀ ਗੱਲ ਹੈ। ਉਹ ਸਾਡੇ ਲੁਧਿਆਣੇ ਦੇ ਕੀ ਪੂਰੇ ਇੰਡੀਆ ਦੇ ਸਭ ਤੋਂ ਵੱਡੇ ਸ਼ਾਇਰ ਹੋਏ ਤੇ ਜਿੰਨੇ ਵੀ ਹਲਕੇ ਦੇ ਕੀ ਇਕੱਲੇ ਹਲਕਾ ਨਹੀਂ, ਸਾਰੇ ਲੁਧਿਆਣੇ ਨੂੰ ਸਾਰੇ ਪੰਜਾਬ ਨੂੰ ਇੰਨਾ ਫਾਇਦਾ ਹੋਣਾ। ਦੂਰੋਂ ਦੂਰੋਂ ਵੀ ਲੋਕ ਆਉਣਗੇ, ਇਕੱਲੇ ਨਹੀਂ ਕਿ ਕਿੱਦਾਂ ਦਾਖੇ ਤੋਂ ਆਉਣਗੇ, ਲੁਧਿਆਣੇ ਤੋਂ ਵੀ ਲੋਕ ਆ ਕੇ ਇੱਥੇ ਆਪਣਾ
ਇਲਾਜ ਵੀ ਕਰਾ ਸਕਦੇ ਆ ਤੇ ਫਾਇਦਾ ਚੱਕ ਸਕਦੇ ਆ ਆਯੁਰਵੈਦਿਕ। ਸਰ ਇਹਨਾਂ ਨੂੰ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਤੁਹਾਡੀ ਹੈਗੀ ਆ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸਹੂਲਤ ਹੋਏਗੀ, ਕੋਈ ਚੀਜ਼ ਹੈਗੀ ਇਹਨੂੰ ਜੋ ਰੂਲਸ ਦੇ ਹਿਸਾਬ ਨਾਲ ਹੁੰਦਾ ਡੈਫੀਨੇਟਲੀ ਸਰਕਾਰ ਤਾਂ ਹਮੇਸ਼ਾ ਤਿਆਰ ਹੁੰਦੀ ਹੈ ਕਿ ਅਸੀਂ ਆਪਣੀਆਂ ਸਿਹਤ ਸੇਵਾਵਾਂ ਨੂੰ ਅੱਗੇ ਤੋਂ ਅੱਗੇ ਵਧਾਈਏ। ਸਭ ਜੇ ਇਸ ਤਰ੍ਹਾਂ ਦਾ ਬਣ ਰਿਹਾ ਤਾਂ ਇਸ 'ਚ ਸਰਕਾਰ ਦਾ ਵਿੱਚ ਇਨਵੋਲਵ ਹੋਣਾ ਜ਼ਰੂਰੀ ਹੈ। ਜੋ ਵੀ ਸਰਕਾਰ ਦੇ ਹਿਸਾਬ ਨਾਲ ਜੋ ਹੋ ਸਕਦਾ ਹੈ ਉਹ ਡੈਫੀਨੇਟਲੀ ਸਰਕਾਰ ਸਾਡੀ ਬੜੀ ਪੋਜ਼ਿਟਿਵ ਹੈ, ਉਹ ਡੈਫੀਨੇਟਲੀ ਕਰੇਗੀ। ਸ਼ੁਭ ਨਾਮ ਸਰ ਤੁਹਾਡੇ? ਡਾਕਟਰ KNS ਕਾਮ। ਠੀਕ ਹੈ ਜੀ। ਹਸਪੀਟਲ ਦਾ ਅੱਜ ਓਪਨਿੰਗ ਕੀਤੀ ਜਾ ਰਹੀ, ਤੁਹਾਡੇ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਜੀ, ਸ਼ੁਰੂਆਤ ਕੀਤੀ ਜਾ ਰਹੀ ਹੈ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਸਰ ਇਸ ਤਰ੍ਹਾਂ ਹੈ ਕਿ ਸਾਡਾ ਅਗਰਵਾਲ ਸਮਾਜ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮ 'ਚ ਬਹੁਤ ਅੱਗੇ ਰਿਹਾ ਹੈ। ਮਹਾਰਾਜਾ ਅਗਰ ਸਿੰਘ ਸਾਡੇ ਜਿਹੜੇ ਪੂਰਵਜ ਸੀ, ਜਿੱਥੇ ਸਾਡਾ ਅਗਰਵਾਲ ਵੰਸ਼ ਸ਼ੁਰੂ ਹੋਇਆ, ਉਹਨਾਂ ਨੇ ਸਾਨੂੰ ਸਿਖਾਇਆ ਸੀਗਾ ਕਿ ਜਿੰਨੀ ਵੀ ਤੁਸੀਂ ਸਮਾਜ ਸੇਵਾ ਕਰ ਸਕਦੇ ਹੋ, ਜਿੰਨੀ ਤੁਹਾਡੀ ਪਾਕਟ ਅਲਾਉ ਕਰਦੀ ਹੈ, ਉਹ ਜ਼ਰੂਰ ਸਮਾਜ ਸੇਵਾ ਕਰਨੀ ਚਾਹੀਦੀ ਹੈ। ਮਾਂ ਲక్ష్ਮੀ ਸਾਡੀ ਕੁਲ ਦੇਵੀ ਹੈਗੀ ਹੈ, ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਇਹ ਜਗ੍ਹਾ ਅੱਜ ਹਸਪੀਟਲ ਵਾਸਤੇ ਦੇ ਰਹੇ ਹਾਂ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕਵੀ ਸਾਡੇ ਹੈਗੇ ਆ ਸਾਹਿਰ ਲੁਧਿਆਣਵੀ ਦੇ ਨਾਲ ਇੱਥੇ ਸਾਡੇ ਮਹਾਰਾਜਾ ਅਗਰ ਸਿੰਘ ਔਰ ਕੁਲ ਦੇਵੀ ਲక్ష్ਮੀ ਜੀ ਦਾ ਵੀ ਸਟੈਚੂ ਲੱਗੇਗਾ, ਤਾਂ ਕਿ ਸਾਡੇ ਅਗਰਵਾਲ ਸਮਾਜ ਨੂੰ ਵੀ ਪਤਾ ਲੱਗੇ ਕਿ ਇੱਕ ਅੱਛਾ ਉਪਰਾਲਾ ਅੱਜ ਹੋਇਆ ਹੈ ਸ਼ੁਰੂ। ਔਰ ਇਹਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਲੜਕੇ ਔਰ ਯੰਗ ਜਨਰੇਸ਼ਨਸ ਵਿਚਾਰੀ ਡਰੱਗਸ ਦੇ ਚੱਕਰਾਂ 'ਚ ਫਸੀ ਹੋਈ ਹੈ, ਅਸੀਂ ਐਫਰਟਸ ਕਰਾਂਗੇ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਵਿੱਚ ਟ੍ਰੀਟ ਕਰਕੇ ਉਹਨਾਂ ਨੂੰ ਸਹੀ ਰਸਤੇ ਤੇ ਲੈ ਜਾਈਏ। ਇਹ ਸਰ ਜਿਹੜਾ ਬਣੇਗਾ ਇਹ ਤਕਰੀਬਨ ਸਿੰਗਲ ਪੋਰਸ਼ਨ ਬਣੇਗਾ ਜਾਂ ਨਹੀਂ ਸਰ, ਇਹ ਸਾਡੀ 6 ਫਲੋਰ ਬਣਾਉਣ ਦੀ ਪਲੈਨਿੰਗ ਹੈ ਜੀ। 6 floor ਟੋਟਲ ਸਾਡੀ 1300 ਗਜ ਜਗ੍ਹਾ ਇੱਥੇ ਸਾਡੇ ਕੋਲ ਹੈਗੀ ਹੈ, ਜਿਹਦੇ ਚੋਂ ਇਨੀਸ਼ੀਅਲੀ ਅਸੀਂ 600 ਗਜ ਦੇ ਰਹੇ ਹਾਂ। ਉਸ ਤੋਂ ਬਾਅਦ ਅਗਰ ਸਹੀ ਡਿਵੈਲਪਮੈਂਟ ਪ੍ਰੋਪਰਲੀ ਹੁੰਦੀ ਹੈ ਤਾਂ ਅਸੀਂ ਨੈਕਸਟ ਵੀ 700 ਗਜ ਟਰਸਟ ਵਾਸਤੇ ਦੇ ਸਕਦੇ ਹਾਂ। ਸਰ ਜਿਵੇਂ ਕਿ ਅੱਜ ਇਹਦਾ ਉਦਘਾਟਨ ਹੋ ਰਿਹਾ, ਇਹ ਹਸਪੀਟਲ ਕਿੰਨੇ ਕੁ ਟਾਈਮ ਤੱਕ ਤਿਆਰ ਹੋ ਜਾਏਗਾ? ਮੈਮ ਇਹ ਡਿਪੈਂਡ ਕਰਦਾ ਕਈ ਚੀਜ਼ਾਂ ਤੇ, ਬਟ ਆਈ ਥਿੰਕ ਸੋ ਇਟ ਵਿਲ ਟੇਕ ਅਰਾਊਂਡ 2 years ਟਾਈਮ ਟੂ ਕੰਪਲੀਟ ਇਟ ਮਿਨੀਮਮ। ਸਰ ਜਦੋਂ ਹਸਪੀਟਲ ਰੈਡੀ ਹੋ ਜਾਏਗਾ, ਲੋਕਾਂ ਨੂੰ ਕੀ ਸਹੂਲਤਾਂ ਦੇਣ ਦੀ ਤੁਹਾਡੀ? ਇਹਦੇ 'ਚ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਯੁਰਵੈਦਿਕ ਮੈਡੀਸਿਨਸ ਤੇ ਜ਼ੋਰ ਦੇ ਰਹੇ ਹਾਂ, ਕਿਉਂਕਿ ਇੰਡੀਆ ਗਵਰਨਮੈਂਟ ਇਸ ਟਾਈਮ ਆਯੁਰਵੈਦਿਕ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ। ਇਹਦੇ ਸਾਈਡ ਇਫੈਕਟ ਵੀ ਕੋਈ ਨਹੀਂ ਹੈਗੇ। ਇਹਦੇ 'ਚ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਹੋਏਗਾ, ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰ ਤੋਂ ਇਲਾਵਾ ਵੀ ਜਨਰਲ ਮੈਡੀਸਿਨਸ ਦੀ ਜਿਹਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਉਹ ਅਸੀਂ ਇਹਦੇ ਟ੍ਰੀਟ ਕਰਾਂਗੇ। ਸਰ ਇਹਦੇ 'ਚ ਕੁਝ ਚਾਰਜ ਕੀਤਾ ਜਾਊਗਾ ਜਾਂ ਬਿਲਕੁਲ ਫ੍ਰੀ ਹੋਏਗਾ? It will be very nominal. ਠੀਕ ਹੈ ਜੀ। It will be not be a profitable organization. It will be like NGO, ਜਿਹਦੇ 'ਚ ਅਸੀਂ ਕੋਈ ਪ੍ਰੋਫਿਟ ਆਬਜੈਕਟਿਵ ਨਾਲ ਨਹੀਂ ਕਰ ਰਹੇ। ਸਾਡੇ ਬਹੁਤ ਲੋਕ ਹੈਗੇ ਹਨ, ਬਹੁਤ ਦੋਸਤ ਸਾਡੇ ਐਸੇ ਜੁੜੇ ਹੋਏ ਹਨ ਜਿਹੜੇ ਕਿ ਲਿਬਰਲੀ ਡੋਨੇਟ ਕਰਨ ਨੂੰ ਤਿਆਰ ਹੈ। ਇਹਦੇ 'ਚ ਸਾਡਾ ਪ੍ਰੋਫਿਟ ਆਬਜੈਕਟਿਵ ਨਹੀਂ ਹੋਏਗਾ, ਸਿਰਫ ਅਸੀਂ ਸਮਾਜ ਸੇਵਾ ਕਰਨੀ ਹੈ। ਠੀਕ ਹੈ ਜੀ, ਥੈਂਕ ਯੂ ਸਰ। ਕੀ ਨਾਮ ਇੱਥੇ ਮੇਰਾ ਨਾਮ ਰਾਜਕੁਮਾਰ ਅਗਰਵਾਲ, ਡਿਪਟੀ DI ਟ੍ਰੇਡ ਵੀ ਡਿਸਟ੍ਰਿਕਟ ਲੁਧਿਆਣਾ। ਮੈਂ ਆਪਣੇ ਵੱਲੋਂ ਇੱਥੇ ਪਹੁੰਚੇ ਹੋਏ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ MLA ਸਾਹਿਬਾਨ, ਕੰਗ ਸਾਹਿਬ, ਸਾਡੇ ਪ੍ਰਧਾਨ ਸਾਹਿਬ ਮਾਕੜ ਜੀ, ਚੇਅਰਮੈਨ ਸਾਹਿਬ ਰਾਜੇਸ਼ ਅਗਰਵਾਲ ਤੇ ਹੋਰ ਸਾਰੀ ਜੋ ਵੀ ਹੈ ਟੀਮ ਇੱਥੇ ਪਹੁੰਚੀ ਹੈ, ਮੈਂ ਸਭ ਦਾ ਸਤਿਕਾਰ ਕਰਦਾ। ਹੁਣ ਇਸ ਤੋਂ ਬਾਅਦ ਹੈਗੀ ਡਿਵੈਲਪਮੈਂਟ ਦੀ। ਡਿਵੈਲਪਮੈਂਟ ਕੀ ਹੈ ਵੀ ਇਸ ਵੇਲੇ ਰਾਜੇਸ਼ ਅਗਰਵਾਲ ਜੀ ਨੇ ਆਪਣੀ ਤਰਫੋਂ ਇਹ ਜਿਹੜੀ ਜਗ੍ਹਾ 1300 ਗਜ ਦੇਣ ਦਾ ਟੀਚਾ ਰੱਖਿਆ ਹੈ, ਇੱਕ ਬਹੁਤ ਵੱਡੀ ਉਪਰਾਲਾ ਹੈ। ਅੱਜ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਸੇ ਨੂੰ 150 ਗਜ ਜਗ੍ਹਾ ਲੈਣੀ ਜਾਂ ਦੇਣੀ ਹੋਵੇ ਤੁਹਾਨੂੰ ਪਤਾ ਹੀ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇੱਕ ਬਹੁਤ ਵੱਡਾ ਦਰਿਆ ਦੇ ਲਈ ਅਗਲੀ ਇਹਨਾਂ ਨੇ ਗੱਲ ਦੱਸੀ ਹੈ 6 ਮੰਜ਼ਿਲੀ ਪ੍ਰੋਜੈਕਟ। ਇਹ ਤਾਂ ਕਹਿਣਾ ਆਸਾਨ ਹੈ, ਉਹਦੇ ਲਈ ਫਾਈਨਾਂਸ਼ਲੀ ਕਿੰਨੀ ਮਜ਼ਬੂਤੀ ਚਾਹੀਦੀ ਹੈ। ਇਹਦੇ ਲਈ ਰਾਜੇਸ਼ ਅਗਰਵਾਲ ਜੀ ਇੱਕ ਬਹੁਤ ਅੱਛਾ ਟਰਸਟ ਵੀ ਬਣਾ ਰਹੇ ਨੇ। ਔਰ ਇੱਥੇ ਜੋ ਇਹਨਾਂ ਨੇ ਗੱਲ ਕੀਤੀ ਹੈ ਮਹਾਰਾਜ ਅਗਰ ਸਿੰਘ ਜੀ ਦੀ ਔਰ ਮਾਤਾ ਕੁਲ ਦੇਵੀ ਲక్ష్ਮੀ ਜੀ ਦੀ, ਉਹਦੇ ਨਾਲ ਕੀ ਹੈ ਵੀ ਸਾਡਾ ਜਿਹੜਾ ਅਗਰਵਾਲ ਸਮਾਜ ਹੈ ਬਹੁਤ ਹੀ ਢੁੱਕ ਕੇ ਇੱਥੇ ਪਹੁੰਚੂਗਾ ਔਰ ਬਹੁਤ ਜ਼ਿਆਦਾ ਆਵਾਜਾਈ ਵੀ ਸ਼ੁਰੂ ਹੋਊਗੀ। ਇੱਕ ਐਜ ਏ ਪੂਜਾ ਜਿਹਨੂੰ ਆਪਾਂ ਕਹਿੰਦੇ ਆ ਵੀ ਆਪਣੇ ਗੁਰੂ ਨੂੰ, ਆਪਣੇ ਪਿਤਾ ਨੂੰ ਹਰ ਬੰਦਾ ਮਿਲਦਾ ਹੈ, ਤੇ ਜ਼ਰੂਰ ਅਗਰਵਾਲ ਸਮਾਜ ਪਹੁੰਚੂਗਾ। ਅਗਰਵਾਲ ਸਮਾਜ ਦੇ ਪਹੁੰਚਣ ਨਾਲ ਇਹ ਏਰੀਆ ਵੀ ਡਿਵੈਲਪ ਹੋਊਗਾ ਜੀ, ਇਹ ਜਗ੍ਹਾ ਵੀ ਡਿਵੈਲਪ ਹੋਊਗੀ, ਹਸਪੀਟਲ ਡਿਵੈਲਪ ਹੋਊਗਾ। ਤੀਜਾ ਮਕਸਦ ਹੈ ਆਯੁਰਵੈਦਿਕ। ਆਯੁਰਵੈਦਿਕ ਇਸ ਵੇਲੇ ਮਸਟ ਹੈ ਜੀ, ਠੀਕ ਹੈ ਵੀ ਓਲੀਪੈਥੀ ਦੇ ਬਹੁਤ ਸੋਹਣੇ ਇਲਾਜ ਨੇ, ਪਰ ਅੱਜ ਦੇ ਯੁੱਗ ਵਿੱਚ ਆਯੁਰਵੈਦਿਕ ਵਿੱਚ ਫਿਜ਼ੀਓਥੈਰੇਪੀ ਇਹ ਉਹ ਕਾਫੀ ਕੁਛ ਆਇਆ ਹੈ ਜੋ ਨਵੀਂ ਟੈਕਨੋਲੋਜੀ ਆ ਰਹੀ ਹੈ। ਇਹਦੇ ਵਿੱਚ ਬਗੈਰ ਕਿਸੇ ਇਫੈਕਟ ਤੋਂ ਬੋਡੀ ਨੂੰ ਕੰਪਲੀਟ ਤੁਹਾਡਾ ਸਹੀ ਕੀਤਾ ਜਾ ਸਕਦਾ। ਬਹੁਤ ਸਾਰੀ ਬਿਮਾਰੀਆਂ ਤੋਂ, ਜਿਵੇਂ ਨਸ਼ਿਆਂ ਦੀ ਗੱਲ ਹੋਈ ਹੈ ਜਾਂ ਹੋਰ ਹੋਈ ਹੈ, ਬਹੁਤ ਕੁਛ ਕਰਨ ਲਈ ਇਹਨਾਂ ਦੇ ਦਿਮਾਗ 'ਚ ਬਹੁਤ ਕੁਛ ਹੈਗਾ ਜੋ ਕਿ ਹੋਣ ਵਾਲਾ ਹੈ। ਸਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਇਹਦੇ ਵਿੱਚ ਜਿੰਦਾ ਆਪਣੇ ਸ਼ਾਹ ਲੁਧਿਆਣਵੀ ਜੀ ਇੱਕ ਬਹੁਤ ਅੱਛੀ ਲੇਖਕ ਸੀ, ਉਹਦੇ ਨਾਲ ਇੱਕ ਇਹ ਵੀ ਬੁੱਕ ਸ਼ਾਪ ਦਾ ਵੀ ਕੋਈ ਤਾਂ ਖੁੱਲ੍ਹ ਜਾਏਗੀ ਤੁਹਾਨੂੰ, ਜਿਹੜਾ ਲਿਟਰੇਚਰ ਪੱਖ ਜੇ ਲੋਕ ਪੜ੍ਹਨ। ਬਿਲਕੁਲ ਖੋਲ੍ਹੀ ਜਾਊਗੀ। ਲਿਟਰੇਚਰ ਵੀ ਰੱਖਿਆ ਜਾਏਗਾ ਉਹਨਾਂ ਦਾ, ਹੋਰ ਵੀ ਉਹਨਾਂ ਦਾ ਨਾਲ ਲਗਾਇਆ ਜਾਏਗਾ, ਤੇ ਇੱਕ ਐਡੀਟੋਰੀਅਮ ਇੱਥੇ ਬਣਾਇਆ ਜਾਏਗਾ। ਉਹ ਐਡੀਟੋਰੀਅਮ ਦੇ ਵਿੱਚ ਅਲੱਗ ਉਹਨਾਂ ਦਾ ਹੀ ਉਹ ਨਾਲ ਹੀ ਬਣੇਗਾ ਜੀ, ਬਣਾਈ ਜਾਏਗੀ। ਬਿਲਕੁਲ ਜੀ, ਜਿੱਦਾਂ 1300 ਗਜ ਹੈ ਜੀ, 600 ਗਜ ਲੱਗ ਗਿਆ ਜੀ, 700 ਗਜ ਲੱਗ ਗਿਆ,
ਇਸ ਕਰਕੇ ਇੱਕ ਜਗ੍ਹਾ ਤੇ ਅਸੀਂ ਐਡੀਟੋਰੀਅਮ ਬਣਾਵਾਂਗੇ ਜੀ, ਇੱਕ ਜਗ੍ਹਾ ਤੇ ਅਸੀਂ ਹਸਪੀਟਲ ਬਣਾਵਾਂਗੇ। ਉਹਦੇ ਨਾਲ ਦੋਨੇ ਮਸਲੇ ਸਾਡੇ ਹੱਲ ਹੋ ਜਾਣਗੇ। ਸ਼ਹਿਰ ਲੁਧਿਆਣਵੀ ਨੂੰ ਅਸੀਂ ਬਹੁਤ ਰਿਸਪੈਕਟ ਦਿੰਦੇ ਹਾਂ। ਲੁਧਿਆਣੇ ਵੱਲੋਂ, ਸਾਰੇ ਹਿੰਦੁਸਤਾਨ ਵੱਲੋਂ, ਸਾਰੀ ਦੁਨੀਆ ਵੱਲੋਂ ਇਹਨਾਂ ਦਾ ਕਿ ਬਹੁਤ ਜ਼ਿਆਦਾ ਮਿਊਜ਼ਿਕ ਦੇ ਵਿੱਚ, ਸਿੰਗਿੰਗ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈਗੀ ਹੈ। ਅੱਜ ਵੀ ਉਹਨਾਂ ਦੇ ਦੋ ਲਫ਼ਜ਼ ਸੁਣਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਨਵੀਂ ਰੌਣਕ ਆਉਂਦੀ ਹੈ। ਸਰ, ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਵੀ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੁਸੀਂ ਕੋਈ ਉਹਨਾਂ ਨੂੰ ਜਿਵੇਂ ਹੈਲਥ ਮਿਨਿਸਟਰ ਨੇ ਜਾਂ ਕੋਈ ਵੀ ਉਹਨਾਂ ਤੱਕ ਮੰਗ ਕਰਕੇ ਕੁਛ ਇਹਦੇ ਵਿੱਚ ਬਿਲਕੁਲ ਜੀ, ਸਾਡੇ ਸਰਦਾਰ ਬਲਵੀਰ ਸਿੰਘ, ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਹਰ ਵੇਲੇ ਸਾਡੇ ਨਾਲ ਹੁੰਦੇ ਨੇ। ਕੋਈ ਐਸੀ ਗੱਲ ਨਹੀਂ, ਜਿੰਨਾ ਵੀ ਹੋਏਗਾ ਮੈਕਸੀਮਮ ਅਸੀਂ ਉਹਨਾਂ ਦੀ ਮਦਦ ਦੇ ਜਾਂ ਇਹਨਾਂ ਦੀ ਡਿਮਾਂਡ ਦੇ ਮੁਤਾਬਿਕ ਜੋ ਵਾਜਬ ਅਪਰੋਚ ਹੋਏਗੀ, ਹੈਲਪ ਹੋਏਗੀ, ਅਸੀਂ ਜ਼ਰੂਰ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਸਰ। ਸਰ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੇਪੀ ਅਗਰਵਾਲ ਹੈ। ਅਗਰਵਾਲ ਸਾਹਿਬ, ਜਿਹੜਾ ਕਿ ਅੱਜ ਹਸਪੀਟਲ ਦਾ ਇੱਕ ਉਦਘਾਟਨ ਕੀਤਾ ਜਾ ਰਿਹਾ, ਅੱਜ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ, ਕੀ ਕਹਿਣਾ ਚਾਹੁੰਦੇ? ਇੱਕ ਨਾ ਅਦਭੁਤ ਆਯੁਰਵੈਦਿਕ ਤੇ ਆਰਟ ਦਾ ਸੰਗਮ ਜੋ ਹੈ ਉਹ ਬਣਾਇਆ ਜਾ ਰਿਹਾ ਹੈ। ਆਯੁਰਵੈਦਿਕ ਮੀਨਸ ਆਪਣੀ ਪ੍ਰਾਚੀਨ ਜਿਹੜੀ ਪੱਧਤੀ ਹੈ ਉਹਦੇ ਨਾਲ ਆਪਾਂ ਲੋਕਾਂ ਦੀ ਉਹਨਾਂ ਦੀ ਤਕਲੀਫ ਦਾ ਕਿਸ ਤਰ੍ਹਾਂ ਛੁਟਕਾਰਾ ਕਰ ਸਕਦੇ ਹਾਂ, ਤੇ ਆਰਟ ਉਹਦੇ ਵਿੱਚ ਅਗਰ ਨਾਲ ਰੱਖ ਲਿੱਤਾ ਜਾਏ, ਜਿਸ ਤਰ੍ਹਾਂ ਅਸੀਂ ਇਹਦਾ ਨਾਮ ਹੀ ਜਿਹੜਾ ਰੱਖਿਆ ਹੈ ਉਹ ਸਾਹਿਰ ਲੁਧਿਆਣਵੀ ਮੈਮੋਰੀਅਲ ਹਸਪੀਟਲ ਦੇ ਤੌਰ ਤੇ ਰੱਖਿਆ ਹੈ, ਉਹ ਇੱਕ ਐਸੀ ਚੀਜ਼ ਬਣੇਗੀ ਜੋ ਆਪਣੇ ਆਪ ਦੇ ਵਿੱਚ ਯੂਨੀਕ ਹੋਏਗੀ, ਅਦਭੁਤ ਹੋਊਗੀ ਤੇ ਲੋਕਾਂ ਦੇ ਕੰਮ ਆਏਗੀ। ਉਹਦੇ ਨਾਲ ਨਾਲ ਅਸੀਂ ਜਿਹੜਾ ਆਪਣੀ ਵਿਰਾਸਤ ਹੈ, ਇਸ ਸ਼ਹਿਰ ਦੀ ਜੋ ਇੱਕ ਨਾਮ ਹੈ ਸਾਹਿਰ ਲੁਧਿਆਣਵੀ ਜੀ ਦਾ, ਉਸ ਨੂੰ ਵੀ ਅਸੀਂ ਜੋ ਹੈ ਇੱਕ ਬੁਲੰਦੀਆਂ ਤੱਕ ਲੈ ਕੇ ਜਾਣਾ ਚਾਹੁੰਦੇ ਹਾਂ। ਉਸ ਪੂਰੇ ਇਸ ਕਾਰਜ ਵਿੱਚ ਸਾਨੂੰ ਉਮੀਦ ਹੈ ਅੱਜ ਦੀ ਜੋ ਸਰਕਾਰ ਹੈ, ਆਪ ਸਰਕਾਰ, ਉਹਨਾਂ ਦੇ MLA ਸਾਹਿਬ ਅਸ਼ੋਕ ਪ੍ਰਾਸ਼ਰ ਜੀ, ਇਸ ਤੋਂ ਇਲਾਵਾ ਹਲਕਾ ਇੰਚਾਰਜ ਕੰਗ ਸਾਹਿਬ, ਮੱਕੜ ਸਾਹਿਬ, ਤੇ ਇਸ ਪ੍ਰੋਜੈਕਟ ਦੇ ਉੱਪਰ ਪਹੁੰਚੇ ਹੋਏ ਮੈਂ ਕਹੂੰਗਾ ਕਿ ਸ਼ਹਿਰ ਦੇ ਜਿਹੜੇ ਲੋਕ ਨੇ ਸਾਰੇ ਤੁਹਾਨੂੰ ਇੱਥੇ ਮੌਜੂਦ ਮਿਲਣਗੇ। ਰਾਕੇਸ਼ ਜੀ CA, ਇਹਨਾਂ ਨੇ ਬੀੜਾ ਜਿਹੜਾ ਹੈ ਬਿਲਕੁਲ ਮੋਢੇ ਤੌਰ ਤੇ ਚੱਕਿਆ ਹੈ। CA ਰਾਜੇਸ਼ ਅਗਰਵਾਲ ਜੀ, ਗੋਸਾਈ ਜੀ ਖੜੇ ਨੇ, ਰੋਹਿਤ ਜੀ ਖੜੇ ਨੇ। ਅਸੀਂ ਉਮੀਦ ਕਰਦੇ ਹਾਂ ਇਹ ਇੱਕ ਸ਼ਾਨਦਾਰ ਪ੍ਰੋਜੈਕਟ ਜਿਹੜਾ ਹੈਗਾ ਇਹ ਬਿਲਕੁਲ ਕਾਮਯਾਬ ਹੋਏਗਾ ਤੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਹੀ ਅੱਛੀ ਚੀਜ਼ ਮਿਲੇਗੀ। ਠੀਕ ਹੈ ਜੀ, ਥੈਂਕ ਯੂ। ਡਾਕਟਰ ਸਾਹਿਬ, ਜਿਹੜਾ ਜੋ ਹਸਪੀਟਲ ਬਣ ਰਿਹਾ ਆਯੁਰਵੈਦਿਕ ਦਾ, ਅੱਜ ਇਹਦੀ ਓਪਨਿੰਗ ਉਹਦੇ ਤੁਸੀਂ ਆਏ ਹੋ, ਕੀ ਕਹਿਣਾ ਚਾਹੁੰਦੇ? ਦੇਖੋ, ਕੋਈ ਵੀ ਕਾਰੋਬਾਰ ਖੋਲੋ, ਕੋਈ ਮੈਡੀਸਨ ਦਾ ਲੈਣ ਦੇ ਵਿੱਚ ਕੋਈ ਖੋਲੋ, ਉਹਨੂੰ ਸਭ ਨਾਲੋਂ ਪਹਿਲਾਂ ਇਹ ਆ ਵੀ ਆਪਣੇ ਮਨ ਨੂੰ ਜਿਹੜਾ ਸਾਫ਼ ਕਰਕੇ, ਜਦੋਂ ਮੈਡੀਸਨ ਦਾ ਤਾਂ ਖਾਸ ਕਰਕੇ ਜਿਹੜੀ ਇਹ ਚੀਜ਼ ਆ, ਇਹ ਲੋਕਾਂ ਦੇ ਸਮਾਜ ਨੂੰ ਅੱਜ ਸਾਫ਼ ਸੁਥਰੀ ਚਾਹੀਦੀ ਆ। ਕੋਈ ਸਮਾਂ ਹੁੰਦਾ ਸੀਗਾ ਜਦੋਂ ਦਵਾਈ ਦਾ ਨਾਮ ਹੁੰਦਾ ਸੀਗਾ, ਅਗਲਾ ਦਵਾਈ ਚਾਹੇ ਦੁਕਾਨ ਤੋਂ ਦਵੇ ਨਾ ਦਵੇ, ਆਪਣੀ ਦੁਕਾਨ ਦੇ ਵਿੱਚ ਖੜਾ ਹੀ ਕਹਿ ਦਿੰਦਾ ਸੀ ਨਾ ਵੀ ਜਾ ਯਾਰ ਤੂੰ ਠੀਕ ਹੋ ਜਾਏਗਾ, ਜਾਂ ਡਾਕਟਰ ਸਾਹਿਬ ਕੋਲ ਜਾਂਦਾ ਸੀਗਾ, ਉਹ ਹੌਸਲੇ ਨਾਲ ਨਵਜ ਫੜ ਕੇ ਕਹਿੰਦੇ ਸੀ ਵੀ ਤੂੰ ਤਾਂ ਯਾਰ ਠੀਕ ਹੀ ਆ, ਕੋਈ ਗੱਲ ਨਹੀਂ ਗੀ। ਚਾਹੇ ਬੰਦਾ ਜਿੰਨਾ ਮਰਜ਼ੀ ਬਿਮਾਰ ਹੋਵੇ, ਕਿਸੇ ਵੀ ਧੰਦੇ ਚ ਲਾ ਲਓ, ਕਿਸੇ ਵੀ ਮੈਡੀਸਨ ਲੈਣ ਚ ਲਾ ਲਓ। ਜਦੋਂ ਅਸੀਂ ਹੁਣ ਅੱਜ ਹਸਪੀਟਲ ਦੀ ਨੀਂਹ ਪੱਥਰ ਇੱਥੇ ਰੱਖਣ ਲਈ ਸਾਰੇ ਮੇਰੇ ਪਰਿਵਾਰ ਦੇ ਮੈਂਬਰ, ਮੇਰੀਆਂ ਭੈਣਾਂ ਵੀ, ਸਾਰੇ ਮੇਰੇ ਵੀਰ, ਸਾਰੇ ਸਾਥੀ, ਸਾਡੇ ਆਮ ਆਦਮੀ ਪਾਰਟੀ ਦੇ ਸ਼ਰਨਜੀਤ ਮੱਕੜ ਜੀ ਤੇ ਇਹਨਾਂ ਦੇ ਸਾਡੇ ਨਾਲ ਆਏ ਸਾਰੇ ਵਲੰਟੀਅਰ। ਦੇਖੋ, ਜਦੋਂ ਆਪਣਾ ਮਨ ਸਾਫ਼ ਕਰਕੇ ਕੋਈ ਕਾਰੋਬਾਰ ਜਾਂ ਧੰਦਾ ਦੇ ਵਿੱਚ ਬੰਦਾ ਖੁੱਬਦਾ ਵਾ, ਉਸ ਧੰਦੇ ਨੂੰ ਇੱਕ ਅਸੀਂ ਗੁਰੂ ਪੀਰਾਂ ਦੀ ਧਰਤੀ ਤੇ ਰਹਿਣ ਵਾਲੇ ਬੰਦੇ ਆ, ਉਹਨਾਂ ਨੇ ਸਾਨੂੰ ਸਾਰਾ ਆਸ਼ੀਰਵਾਦ ਦਿੱਤਾ ਹੋਇਆ। ਜੇ ਆਪਾਂ ਸੇਵਾ ਦੇ ਭਾਵਨਾ ਨਾਲ ਕੋਈ ਵੀ ਕਾਰੋਬਾਰ ਕਰਾਂਗੇ, ਨਾਲੇ ਬਰਕਤ ਵੀ ਪੈਂਦੀ ਆ, ਨਾਲੇ ਸਮਾਜ 'ਚ ਉਹਦਾ ਰੁਤਬਾ ਵੀ ਵੱਧਦਾ, ਔਰ ਉਹਦੀ ਜਿਹੜੀ ਨੀਂਹ ਆ ਉਹ ਮਜ਼ਬੂਤ ਬਣ ਕੇ ਉਹ ਸਾਰੇ ਸਮਾਜ ਨੂੰ ਦਿਖਾਉਂਦੀ ਆ ਵੀ ਮੈਂ ਮਜ਼ਬੂਤ ਆ, ਮੈਂ ਲੋਕਾਂ ਦੀ ਸੇਵਾ ਕਰ ਰਿਹਾ। ਤੇ ਪੰਜਾਬ ਸਰਕਾਰ ਵੱਲੋਂ ਇਸ ਹਸਪੀਟਲ ਲਈ ਕੁਝ ਹੋਏਗਾ ਜੀ? ਦੇਖੋ, ਹਜੇ ਤਾਂ ਘਰ ਹੀ ਬਣ ਰਿਹਾ ਵਾ, ਜਦੋਂ ਕੁਝ ਬਣ ਲੈਣ ਦੋ ਫਿਰ ਸਾਰਾ ਕੁਝ। ਪੰਜਾਬ ਸਰਕਾਰ ਦਾ ਤਾਂ ਮਿਸ਼ਨ ਹੀ ਇਹੀ ਆ ਵੀ ਬੱਚਿਆਂ ਨੂੰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਕਿਵੇਂ ਬਚਾਉਣਾ। ਨਸ਼ਿਆਂ ਬਾਰੇ ਦੱਸੋ ਸਰ, ਨਸ਼ੇ ਦਾ ਤਕਰੀਬਨ ਪਿਛਲੀਆਂ ਸਰਕਾਰਾਂ ਕੋਲੋਂ ਅਜੇ ਤੱਕ ਉਹਦੀ ਹੱਦ ਖਤਮ ਨਹੀਂ ਕਰ ਸਕੀ ਸੀ, ਕਿ ਆਪਣੀ ਮੌਜੂਦਾ ਸਰਕਾਰ ਇਹਨਾਂ ਵੱਲੋਂ ਕੀ ਉਪਰਾਲੇ ਕੀਤੇ? ਜਦੋਂ ਗੱਲ ਤਾਂ ਉਹਨੂੰ ਸੁਣਾਈ ਜਾਂਦੀ ਹੈ, ਜਦੋਂ ਬੰਦੇ ਹੀ ਅੰਨੇ ਬੋਲੇ ਹੋਣ, ਉਹਨਾਂ ਨੂੰ ਕੀ ਸੁਣਾਉਣਾ ਹੁੰਦਾ ਵਾ। ਇਹਨਾਂ ਨੇ ਆਪ ਹੀ ਬੱਚਿਆਂ ਨੂੰ ਰੋਗ ਲਾਏ ਨੇ। ਹੁਣ ਇਹਨਾਂ ਨੇ ਕੀ ਆਪਣੀਆਂ ਬੀਤੀਆਂ ਹੋਈਆਂ ਸੁਣਾਉਣੀਆਂ ਨੇ। ਹੁਣ ਤਾਂ ਆਪਾਂ ਆਪਣਾ ਮਿਸ਼ਨ ਲੈ ਕੇ ਕੰਮ ਕਰੀਏ, ਕੰਮ ਦਾ ਯੋਗਾ।
ਸਭ ਤੋਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਹਲਕਾ ਦਾਖਾ ਦੇ ਵਿੱਚ ਵਿਖੇ ਹਸਨਪੁਰ ਦੀ ਜ਼ਮੀਨ ਦੇ ਉੱਪਰ ਸ਼ਹਿਰ ਲੁਧਿਆਣੇ ਦੀ ਯਾਦ ਦੇ ਵਿੱਚ ਆਯੁਰਵੈਦਿਕ ਹਸਪਤਾਲ ਖੁੱਲ੍ਹਣ ਜਾ ਰਿਹਾ ਅੱਜ, ਜਿਹਦਾ ਉਦਘਾਟਨ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਐਮਐਲਏ ਪੱਪੀ ਪ੍ਰੈਸ਼ਰ ਜੀ ਕਰਨਗੇ, ਕਿਉਂਕਿ ਉਹਨਾਂ ਨੇ ਪਿੱਛੇ ਕਾਫੀ ਟਾਈਮ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਹੁਤ ਬਚਾਇਆ। ਇਹ ਆਯੁਰਵੈਦਿਕ ਦੇ ਨਾਲ ਇੱਥੇ ਨਸ਼ਾ ਛੁਡਾਊ ਕੇਂਦਰ ਵੀ ਖੋਲ੍ਹਿਆ ਜਾਏਗਾ, ਜਿਹਦੇ ਕਾਰਨ ਪੱਪੀ ਜੀ ਇਸ ਮੁਹਿੰਮ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ। ਉਹ ਸ਼ਹਿਰ ਲੁਧਿਆਣੇ ਜਿਹੜੇ ਸੀਗੇ ਉਹ ਪੱਪੀ ਜੀ ਦਾ ਹਲਕੇ ਦੇ ਵਿੱਚੋਂ ਬਿਲੋਂਗ ਵੀ ਕਰਦੇ ਨੇ। ਤੇ ਡਾਕਟਰ ਸਾਡੇ ਕੇਐਸ ਕੰਗ ਜੋ ਇੱਥੋਂ ਦੇ ਹਲਕਾ ਇੰਚਾਰਜ ਨੇ, ਉਹਨਾਂ ਦੇ ਅਮਰੀਕਾ ਜਾਣ ਦੀ ਥੋੜ੍ਹੀ ਜਿਹੀ ਵਜ੍ਹਾ ਕਰਕੇ ਪ੍ਰੋਗਰਾਮ ਜਿਹੜਾ ਇਸ ਤਰ੍ਹਾਂ ਦਾ ਸਾਨੂੰ ਬਣਾਉਣਾ ਪਿਆ, ਕਿਉਂਕਿ ਜਿਹੜੇ ਸੰਸਥਾ ਹੈਗੀ ਆਪਣੀ ਇਹ ਬਣਾਉਣ ਜਾ ਰਹੀ ਹੈਗੀ ਹਸਪੀਟਲ, ਉਹਨਾਂ ਵੱਲੋਂ ਥੋੜ੍ਹੀ ਜਿਹੀ ਕੁਛ ਇਸ ਕੰਮ ਨੂੰ ਲੈ ਕੇ ਫਟਾਫਟ ਕਰਨ ਦੀ ਕਾਹਲੀ ਸੀਗੀ ਤੇ ਕੰਗ ਸਾਹਿਬ ਬਾਹਰ ਗਏ ਹੋਏ ਸੀਗੇ, ਜਿਸ ਕਰਕੇ ਅਸੀਂ ਪੱਪੀ ਜੀ ਨੂੰ ਫਿਰ ਇਹਨਾਂ ਨੇ ਅਪਰੋਚ ਕੀਤੀ ਤੇ ਅੱਜ ਦੇ ਮੁੱਖ ਮਹਿਮਾਨ ਜੋ ਪੱਪੀ ਪ੍ਰੈਸ਼ਰ ਜੀ ਆ ਉਹ ਥੋੜ੍ਹੀ ਦੇਰ ਤੱਕ ਇੱਥੇ ਆਉਣ ਵਾਲੇ ਨੇ। ਔਰ ਮੈਂ ਸਾਰਿਆਂ ਨੂੰ ਇਸ ਹਲਕੇ ਨੂੰ ਦਾਖੇ ਹਲਕੇ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਸ਼ਹਿਰ ਲੁਧਿਆਣਾ ਵੀ ਬਹੁਤ ਅੱਛੇ ਗੀਤਕਾਰ ਕਵੀ ਔਰ ਗਜ਼ਲਾਂ ਲਿਖਦੇ ਸੀਗੇ ਜੋ ਪੂਰੇ ਹਿੰਦੁਸਤਾਨ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੇ ਪ੍ਰਸਿੱਧ ਨੇ। ਬਹੁਤ ਹੀ ਅੱਛੇ ਉਹਨਾਂ ਨੇ ਗਾਣੇ ਲਿਖੇ ਨੇ ਔਰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜੇ ਗੀਤਕਾਰ ਇਹਨਾਂ ਨੇ ਗਾਇਆ ਉਹਨਾਂ ਨੂੰ। ਸਰ ਮੈਂ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਸਾਰਿਆਂ ਨੂੰ ਕਿ ਵੀ ਇਹ ਜਿਹੜੀ ਮੰਗ ਸੀਗੀ ਲੁਧਿਆਣਾ ਨਿਵਾਸੀਆਂ ਦੀ, ਇਹ ਬਹੁਤ ਟਾਈਮ ਬਾਅਦ ਪੂਰੀ ਹੋਣ ਜਾ ਰਹੀ ਹੈ। ਜਿਹੜੀ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਬੜੇ ਇਹਨਾਂ ਦੀ ਯਾਦਗਾਰ ਬਣਾਉਣ ਵਾਸਤੇ, ਪਰ ਕਿਸੇ ਸਰਕਾਰ ਨੇ ਵੀ ਉਹਨਾਂ ਦੀ ਜਿਹੜੀ ਸੀਗੀ ਲੋਕਾਂ ਦੀ ਇੱਥੇ ਲੁਧਿਆਣੇ ਦੀ ਮੰਗ ਉਹ ਪੂਰੀ ਨਹੀਂ ਕੀਤੀ ਸੀਗੀ। ਇਹ ਸਾਰੀਆਂ ਗੱਲਾਂ ਹਵਾ ਦੇ ਵਿੱਚ ਹੀ ਰਹਿ ਗਈਆਂ ਸੀਗੀਆਂ। ਸੋ ਮੈਂ ਬਹੁਤ ਹੀ ਧੰਨਵਾਦੀ ਹਾਂ ਮੈਂ ਆਪਣੇ ਸ਼ਹਿਰ ਲੁਧਿਆਣੇ ਦੇ ਜਿਹੜੇ ਕਵੀ ਹੈਗੇ ਨੇ ਸਾਰੇ ਪਾਰਸ ਜੀ ਔਰ ਇੱਥੋਂ ਦੇ ਹਲਕਾ ਦਾਖਾ ਦੇ ਇੰਚਾਰਜ ਕੇਐਸ ਕੰਗ ਜੀ, ਜਿਨ੍ਹਾਂ ਨੇ ਇਸ ਉਦਮ ਨੂੰ ਸਿਰੇ ਚੜ੍ਹਨ ਵਿੱਚ ਕਾਫੀ ਯੋਗਦਾਨ ਰੋਲ ਅਦਾ ਕੀਤਾ ਜੀ। ਮੱਕੜ ਸਾਹਿਬ, ਜਿੱਦਾਂ ਕਿ ਪੰਜਾਬ ਸਰਕਾਰ ਇਹਦੇ ਵਿੱਚ ਇਹਦੇ ਵਿੱਚ ਆਪਣਾ ਯੋਗਦਾਨ ਦੇਗੀ? ਪੰਜਾਬ ਸਰਕਾਰ ਨੇ ਮੇਰੇ ਕੋਲ ਅਪਰੋਚ ਕੀਤੀ ਸੀ, ਜੋ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਯੋਗਦਾਨ ਪਾ ਸਕਾਂਗੇ ਪਾਵਾਂਗੇ ਜੀ। ਕੀ ਇਹਨਾਂ ਨੂੰ ਜਾਣੀ ਦਿੱਤਾ ਜਾਏਗਾ? ਦੇਖਾਂਗੇ ਜੀ ਅਸੀਂ ਹੁਣ ਇੱਕਦਮ ਇਹਨਾਂ ਨੇ ਇਮੀਡੀਏਟਲੀ ਪ੍ਰੋਗਰਾਮ ਰੱਖਿਆ, ਜੋ ਵੀ ਇੱਥੇ ਰਿਕੁਆਇਰਮੈਂਟ ਹੋਏਗੀ ਸਰਕਾਰ ਵੱਲੋਂ ਜੋ ਵੀ ਇਹਨਾਂ ਦਾ ਬਣਦਾ ਹੋਏਗਾ ਉਹ ਅਸੀਂ ਸਾਰਾ ਮਾਨ ਸਤਿਕਾਰ ਕਰਾਂਗੇ ਜੀ। ਠੀਕ ਹੈ। ਹਾਂਜੀ, ਰਸ਼ ਅਗਰਵਾਲ ਜੀ, ਜਿਹੜਾ ਕਿ ਅੱਜ ਹਸਪੀਟਲ ਦਾ ਮਾਨ ਕੀਤਾ ਜਾ ਰਿਹਾ, शुरुआत की जा रही है, आज की कहना चाहिए? मैं ये कहूँगी कि मरहूम साहिर लुधियानवी जी, ये मरहूम ये शब्द आज यहाँ उन्हें जीवंत करता ये प्रयास समाज के उत्थान हेतु में, क्योंकि स्वास्थ्य एक उत्थान के लिए आज मुख्य आज एक यदि हम सभी देखें तो स्वास्थ्य के क्षेत्र में जो सबसे प्रथम व्यक्ति की जरूरत है और आवश्यकता और जरूरी है कि आप उस ओर ध्यान दें। उस क्षेत्र में समाज के विवेकी और समर्थ लोग आगे आए हैं और साहिर लुधियानवी मेमोरियल इसका नाम है। लेकिन इसमें हम मुख्य रूप से आशीर्वाद, क्योंकि इसमें मुख्य रूप से जो सेवा दी है सीए श्रीमान राजेश अग्रवाल जी, जिन्होंने ये जमीन इस मेमोरियल यहाँ पर आयुर्वेदिक हॉस्पिटल बनेगा उसके लिए ये आगे आए हैं। फिलहाल 600 स्क्वायर मीटर, उसके साथ 700 स्क्वायर मीटर की और जमीन है जो आगामी समय में आवश्यकता के अनुसार वे इस प्रोजेक्ट को देने की जो बात चल रही है। विशेष धन्यवाद के साथ समाज के ये जिस लाइक माइंडेड, जब एक जैसी सोच के लोग जब संगठित होते हैं तो इस प्रकार के परिणाम समाज के उत्थान के लिए हम सभी के सामने आते हैं। मैं विशेष बधाई देना चाहती हूँ इस समूचे संगठन को और समाज से जरूर कहूंगी कि आगे आइए, हाथ को हाथ के साथ जब हम एक साथ मिलेंगे तो ये आगामी समय में न केवल इस क्षेत्र विशेष वरन अगर हम परिणाम देने में जितना हमारा जिस प्रकार का भाव है, यदि हम सभी एकत्रित होके उस प्रकार की एक इमारत जिसे हम आयुर्वेदिक हॉस्पिटल, जहां पर हम संगीत के साथ जो हमारा आज मनोवैज्ञानिक तौर पे जो हमारा आज का युवा, हमारा चाहे आने वाली भावी पीढ़ी है जो उससे ग्रसित है, आयुर्वेद को संगीत के साथ दोनों को मिलाकर जिस प्रकार की यहाँ पर एक नवीन पद्धति के द्वारा उनको इलाज दिया जाएगा, अपने आप में विशिष्ट है। और मुझे दिखाई देता है जिस प्रकार से प्रतिबद्ध ये सारा पूरा समूह है, आने वाले समाज में समूचे भारत से मुझे दिखता है कि यहाँ पर लोग आकर स्वास्थ्य लाभ लेंगे। बहुत बहुत अग्रवाल जी, जैसे आपने बताया इसमें जो पंजाब के जो सेंटर में भी कुछ उनको जो सुविधा मिलेगी, कुछ योगदान मिलेगा, प्रयास रहेगा। देखिए, जब जैसे सेंटर में बीजेपी सरकार है
ये पंजाब से लुधियाना में बन रहा है, इसमें आप भी उस पार्टी में हैं और भी आगू बहुत है, तो उसमें क्या हेल्प हो सकती है? मैं देखिए, जिस प्रकार से सीए राजेश अग्रवाल जी को मैं विशेष हमारा अग्रवाल समाज के विशिष्टों में से मैं इन्हें गिनती हूँ, और जिस प्रकार की सेवा माँ लक्ष्मी ने इनके शीश पर दी है, मुझे लगता नहीं कि हमें सेंटर से किसी भी आवश्यकता की जरूरत है। ये सर्वसमर्थ है, और सरकार और इस प्रकार की जो समाज सेवी संस्थाएं हैं, ये वास्तव में एक ही सिक्के के दो पहलू के समान है। यदि कार्य क्षेत्र में चलते हुए निश्चित रूप से मेरा विश्वास है कोई आवश्यकता होगी, लुधियाना एक इस प्रकार की एक ये अपने आप में एक कूप है, कुआं है, जहां से मैं नहीं समझती कि जल की आवश्यकता हमें समुद्र से लाने की आवश्यकता है। तो यहाँ मुझे पूर्ण विश्वास है, जिस प्रकार के समाज सेवी हृदय में करुणा, समाज के प्रति सेवा करने के लिए हमारे लुधियाना में जिस प्रकार की शख्सियतें हैं, राजेश अग्रवाल जी हैं हमारे साथ, शरणपाल मक्कड़ जी हैं, राजकुमार अग्रवाल जी हैं, इस प्रकार की शख्सियतों के साथ मुझे नहीं लगता कि हमें सेंटर तक किसी आवश्यकता के लिए जाना होगा। किंतु यदि कुछ इस प्रकार की परिस्थिति बनती है तो मैं अपनी भाजपा सरकार की ओर से मेरा प्रयास रहेगा कि जो भी हम कर सकते होंगे हम पीछे नहीं हटेंगे। वंदे मातरम, जय हिंद। थैंक यू मैम।